ਮੇਰੀ ਸਮੂਹ ਵਿਦਿਆਰਥੀਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਅੱਜ 10 ਦਸੰਬਰ ਹੈ, ਜਿਸ ਨੂੰ ਆਲਮੀ ਪੱਧਰ ਤੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੀ ਅਹਿਮੀਅਤ ਕਿਸੇ ਵੀ ਸ਼ਖਸੀਅਤ ਦੇ ਜਨਮ ਦਿਨ ਜਾਂ ਕਿਸੇ ਵੀ ਮੁਲਕ ਦੇ ਆਜ਼ਾਦੀ ਦਿਹਾੜੇ ਤੋਂ ਕਿਤੇ ਉੱਚੀ ਹੈ। ਇਹ ਦਿਹਾੜਾ ਕੁੱਲ ਦੁਨੀਆ ਦੇ ਮਨੁੱਖਾਂ, ਕੁੱਲ ਦੁਨੀਆ ਦੇ ਮੁਲਕਾਂ, ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਢਾਂਚਿਆਂ ਤੇ ਕੁੱਲ ਦੁਨੀਆ 'ਚ ਵਸਦੀਆਂ ਕੌਮਾਂ ਨੂੰ ਆਪਣੇ ਕਲਾਵੇ 'ਚ ਲੈਂਦਾ ਹੈ। ਹੋ ਸਕਦਾ ਕੁਝ ਲੋਕਾਂ ਦੇ ਲਈ ਇਹ ਨੈਲਸਨ ਮੰਡੇਲਾ ਜਾਂ ਗਾਂਧੀ ਤੱਕ ਸੀਮਿਤ ਦਿਹਾੜਾ ਹੋਵੇ, ਪਰ ਇਹ ਦਿਹਾੜਾ ਜਾਰਜ ਫਲੋਇਡ ਤੋਂ ਲੈ ਕੇ ਜੱਗੀ ਜੋਹਲ ਦੀ ਬਾਤ ਪਾਉਂਦਾ ਹੈ। ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਜਾਣਾਂਗੇ ਕਿ ਜੋ ਸਾਡੀਆਂ ਆਧੁਨਿਕ ਸੰਸਥਾਵਾਂ ਇਸ ਦਿਹਾੜੇ ਨੂੰ ਮਨਾਉਂਦੀਆਂ ਨੇ, 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ, ਉਸ ਦਾ ਕੀ ਇਤਿਹਾਸ ਹੈ। ਤੇ ਇਸ ਦੇ ਨਾਲ ਹੀ ਆਪਾਂ ਜਾਣਾਂਗੇ ਕਿ ਜਿਸ ਮਿੱਟੀ 'ਚ ਅਸੀਂ ਜੰਮੇ ਪਲੇ ਹਾਂ, ਸਾਡੀ ਮਿੱਟੀ ਦਾ ਜੋ ਇਤਿਹਾਸ ਹੈ ਉਹ ਇਹਨਾਂ ਆਧੁਨਿਕ ਸੰਸਥਾਵਾਂ ਜਾਂ ਕਿਸੇ ਦਿਹਾੜੇ ਦੀ ਮੁਤਾਜ ਤਾਂ ਹੈ ਨਹੀਂ। ਤਾਂ ਇਹਨਾਂ ਮਿੱਟੀਆਂ ਦੇ ਵਿੱਚ, ਇਹਨਾਂ ਇਤਿਹਾਸਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਬਾਤ ਕਿਹੜੇ ਵੇਲਿਆਂ 'ਚ ਪੈਣੀ ਸ਼ੁਰੂ ਹੋਈ, ਕਿੰਨਾ ਹਾਲਤਾਂ ਦੇ ਵਿੱਚ ਪੈਣੀ ਸ਼ੁਰੂ ਹੋਈ, ਉਹ ਵੀ ਜਾਣਾਂਗੇ। ਤਾਂ ਸਭ ਤੋਂ ਪਹਿਲਾਂ ਸਾਡੀ ਆਧੁਨਿਕ ਸੰਸਥਾਵਾਂ ਬਾਰੇ ਜਾਣਦੇ ਹਾਂ ਕਿ ਮਨੁੱਖੀ ਅਧਿਕਾਰ ਦਿਵਸ ਅੱਜ ਤੋਂ ਕਰੀਬ ਪੌਣੀ ਕੁ ਸਦੀ ਪਹਿਲਾਂ ਅੱਜ ਦੇ ਦਿਨ ਸੰਨ 1948 ਨੂੰ ਮਨਾਇਆ ਜਾਣਾ ਸ਼ੁਰੂ ਕੀਤਾ ਸੀ। 10 ਦਸੰਬਰ 1948 ਨੂੰ ਯੂਨਾਈਟਿਡ ਨੇਸ਼ਨਸ ਨੇ ਜਦੋਂ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦੀ ਇਸ ਐਲਾਨਨਾਮੇ ਨੂੰ ਅਡਾਪਟ ਕੀਤਾ ਸੀ, ਤਾਂ ਉਦੋਂ ਉਹਨਾਂ ਇਤਿਹਾਸਕ ਪਲਾਂ ਦੇ ਵਿੱਚ ਉਸ ਇਤਿਹਾਸਕ ਘੜੀ ਨੂੰ ਇਹ ਐਲਾਨ ਕੀਤਾ ਗਿਆ ਕਿ ਅੱਜ ਤੋਂ ਬਾਅਦ ਹਰ ਸਾਲ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਊਗਾ। ਤਾਂ ਉਸ ਪਲ ਦੇ ਵਿੱਚ ਇਸ ਦਿਹਾੜੇ ਨੂੰ ਕੁੱਲ ਦੁਨੀਆ ਦੇ ਲੋਕਾਂ ਅਤੇ ਕੁੱਲ ਦੁਨੀਆ ਦੀਆਂ ਕੌਮਾਂ ਦੇ ਹੱਕਾਂ ਦੀ ਪ੍ਰਾਪਤੀ ਦਾ ਇੱਕ ਮਿਆਰ ਸਥਾਪਿਤ ਕਰਨ ਦੇ ਮਨੋਰਥ ਵਜੋਂ ਮਨਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਸਾਲ ਦਰ ਸਾਲ, ਇੱਕ ਸਾਲ ਬਾਅਦ ਹਰ ਸਾਲ ਦੁਨੀਆ ਦੇ ਖੁਰ ਖੁੰਝੇ ਫਰੋਲੇ ਜਾਣ ਲੱਗੇ, ਦੁਨੀਆ ਦੀਆਂ ਉਹਨਾਂ ਪਛਾਣਾਂ ਨੂੰ ਲੱਭਿਆ ਜਾਣ ਲੱਗਿਆ ਜਿਨ੍ਹਾਂ ਨੂੰ ਮਨੁੱਖ ਹੋਣ ਦਾ ਮਾਣਤਾ ਹਾਸਲ ਹੋਇਆ, ਪਰ ਉਹਨਾਂ ਅਧਿਕਾਰਾਂ ਤੋਂ ਉਹ ਵਾਂਝੇ ਰੱਖੇ ਗਏ ਸੀ ਕਿਸੇ ਵੀ ਕਾਰਨ, ਕਿਸੇ ਵੀ ਰੂਪ ਦੇ ਵਿੱਚ। ਉਹ ਚਾਹੇ ਅਫਰੀਕਾ ਦੇ ਕਬੀਲੇ ਸੀ, ਚਾਹੇ ਅਮਰੀਕਾ ਦੇ ਕਾਲੇ ਸੀ, ਚਾਹੇ ਭਾਰਤ ਦੀਆਂ ਧਾਰਮਿਕ ਘੱਟ ਗਿਣਤੀਆਂ ਸੀ, ਗਾਜ਼ਾ ਪੱਟੀ ਸੀ, ਫਲਸਤੀਨ ਸੀ, ਦੁਨੀਆ ਭਰ ਦੀਆਂ ਔਰਤਾਂ ਸੀ, ਟਰਾਂਸਜੈਂਡਰ ਸੀ, ਕੋਈ ਵੀ ਧਿਰ ਸੀ, ਕੋਈ ਵੀ ਹਿੱਸਾ ਸੀ ਜਿਸ ਨੂੰ ਇੱਕ ਦੂਜੇ ਹਿੱਸੇ ਤੋਂ ਬਰਾਬਰ ਨਹੀਂ ਸੀ ਮੰਨਿਆ ਜਾਂਦਾ। ਦੂਜੇ ਹਿੱਸੇ ਨੂੰ ਜੋ ਅਧਿਕਾਰ ਪ੍ਰਾਪਤ ਸੀ, ਇਸ ਹਿੱਸੇ ਨੂੰ ਉਹ ਅਧਿਕਾਰ ਨਹੀਂ ਸੀ ਪ੍ਰਾਪਤ। ਤਾਂ ਮਨੁੱਖ ਹੋਣ ਦਾ ਜਿਨ੍ਹਾਂ ਨੇ ਅਹਿਸਾਸ ਇੰਨਾ ਕੀ ਮਾਣਿਆ ਕਿ ਉਹ ਜਨਮ ਲੈ ਰਹੇ ਨੇ ਤੇ ਮਰ ਰਹੇ ਨੇ, ਪਰ ਇਸ ਤੋਂ ਬਾਅਦ ਕੋਈ ਅਧਿਕਾਰ ਨਹੀਂ ਹੈਗਾ, ਤਾਂ ਉਹਨਾਂ ਦੀ ਬਾਤ ਪਾਉਣ ਦੇ ਲਈ, ਉਹਨਾਂ ਦੀ ਬਾਹ ਫੜਨ ਦੇ ਲਈ ਹਰ ਸਾਲ ਇਸ ਦਿਹਾੜੇ ਨੇ ਕੋਈ ਨਾ ਕੋਈ ਕੋਸ਼ਿਸ਼ ਕੀਤੀ ਹੈ। ਜੇ ਅੱਜ ਦੇ ਸਮੇਂ ਦੇ ਵਿੱਚ 2022 ਦੇ ਵਿੱਚ ਗੱਲ ਕਰੀਏ ਤਾਂ ਯੂਨਾਈਟਿਡ ਨੇਸ਼ਨਸ ਨੇ ਅੱਜ ਦੇ ਸਮੇਂ ਦੀ ਥੀਮ ਡਿਗਨਿਟੀ, ਫਰੀडम ਐਂਡ ਜਸਟਿਸ ਫॉर ਆਲ ਰੱਖੀ ਹੈ ਕਿ ਦੁਨੀਆ ਦੇ ਵਿੱਚ ਜਨਮ ਲੈਣ ਵਾਲੇ ਕਿਸੇ ਵੀ ਮਨੁੱਖ, ਚਾਹੇ ਉਹਦੀ ਨਿੱਜੀ ਤੌਰ ਤੇ ਗੱਲ ਕਰੀਏ ਜਾਂ ਕੌਮੀਅਤਾਂ ਦੀ ਪੂਰੀਆਂ ਦੀਆਂ ਪੂਰੀਆਂ ਕੌਮਾਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਮਾਣ ਨਾਲ, ਇੱਜ਼ਤ ਨਾਲ ਜ਼ਿੰਦਗੀ ਜੀਣ ਦਾ ਅਧਿਕਾਰ ਹੈ, ਆਜ਼ਾਦ ਜੀਵਨ ਜੀਣ ਦਾ ਅਧਿਕਾਰ ਹੈ ਤੇ ਹਰ ਕੋਈ ਨਿਆਂ ਦਾ ਹੱਕਦਾਰ ਹੈ। ਤਾਂ ਇਹ 2022 ਦਾ ਥੀਮ ਹੈ, ਡਿਗਨਿਟੀ, ਫਰੀडम ਐਂਡ ਜਸਟਿਸ ਫॉर ਆਲ। ਪਰ ਆਪਾਂ ਬਾਤ ਕਰਾਂਗੇ ਕਿ ਵਿਸ਼ਵ ਅਧਿਕਾਰ ਦਿਵਸ ਕੀ ਸੰਨ 1948 ਦੇ ਵਿੱਚ ਹੀ ਹੋਂਦ 'ਚ ਆਇਆ, ਜਦੋਂ ਅਸੀਂ ਜਾਣਦੇ ਹਾਂ ਕਿ ਮਨੁੱਖ ਤਾਂ ਪੱਥਰ ਕਾਲ ਤੋਂ ਹੋਂਦ ਦੇ ਵਿੱਚ ਆ ਚੁੱਕਿਆ ਹੈ, ਉਹਨੇ ਹਰ ਹੀਲੇ ਕਰਕੇ ਆਪਣੇ ਆਪ ਦਾ ਵਿਕਾਸ ਕੀਤਾ ਹੈ। ਤਾਂ ਕੀ ਮਨੁੱਖੀ ਅਧਿਕਾਰ ਦਿਵਸ ਇਸ ਪੌਣੀ ਸਦੀ ਤੋਂ ਪਹਿਲਾਂ ਹੈ ਵੀ ਸੀ ਜਾਂ ਨਹੀਂ ਸੀ? ਤਾਂ ਥੋੜਾ ਜਿਹਾ ਸਮੇਂ ਦੇ ਵਿੱਚ ਪਿੱਛੇ ਝਾਤ ਮਾਰਦੇ ਆ ਤਾਂ ਇਹ ਕੁਛ 539 ਈਸਵੀ ਪੂਰਬ ਦੇ ਵਿੱਚ ਗੱਲ ਜਾਂਦੀ ਹੈ ਕਿ ਜਦੋਂ ਪਰਸ਼ੀਆ ਦਾ ਰਾਜਾ ਸਾਇਰਸ ਪਰਸ਼ੀਆ ਦੇ ਵਿੱਚ ਬਾਦਸ਼ਾਹਤ ਸਾਂਭਦਾ ਹੈਗਾ, ਉਹ ਰਾਜਾ ਬਣਦਾ ਹੈਗਾ, ਤਾਂ ਉਹਨੇ ਆਪਣੀਆਂ ਫੌਜਾਂ ਭੇਜ ਕੇ ਬੇਬੀਲੋਨੀਆ ਨੂੰ ਆਪਣੇ ਵਿੱਚ ਸ਼ਾਮਲ ਕੀਤਾ। ਤੇ ਸਭ ਤੋਂ ਪਹਿਲਾ ਕੰਮ ਹੀ ਕੀ ਉਹਨੇ ਕੀਤਾ ਕਿ ਉਹਨੇ ਸਲੇਵਰੀ ਦੇ ਉੱਤੇ ਸੱਟ ਮਾਰੀ, ਗੁਲਾਮ ਪ੍ਰਥਾ ਦੇ ਉੱਤੇ ਸੱਟ ਮਾਰੀ, ਉੱਥੋਂ ਦੇ ਗੁਲਾਮਾਂ ਨੂੰ ਆਜ਼ਾਦ ਕੀਤਾ। ਇਹ ਘੋਸ਼ਣਾ ਕੀਤੀ ਕਿ ਸਾਰੇ ਲੋਕਾਂ ਨੂੰ ਆਪਣਾ ਧਰਮ ਚੁਣਨ ਦਾ ਅਧਿਕਾਰ ਹੈ ਅਤੇ ਨਸਲੀ ਸਮਾਨਤਾ ਦੀ ਸਥਾਪਨਾ ਕੀਤੀ। ਸਾਇਰਸ ਦੁਨੀਆ ਦੇ ਇਤਿਹਾਸ ਦੇ ਉਹਨਾਂ ਪਹਿਲੇ ਬੰਦਿਆਂ ਚੋਂ ਬੰਦਾ ਹੈ, ਉਹਨਾਂ ਪਹਿਲੇ ਰਾਜਿਆਂ ਚੋਂ ਰਾਜਾ ਹੈ ਜਿਨ੍ਹਾਂ ਰਾਈਟ ਟੂ ਰਿਲੀਜਨ ਦਾ ਅਧਿਕਾਰ ਦਿੱਤਾ ਹੈ, ਸਲੇਵਰੀ ਨੂੰ ਖਤਮ ਕਰਨ ਦੇ ਲਈ ਹਮਲੇ ਕੀਤੇ ਨੇ, ਸਮਾਨਤਾ ਦੀ ਸਥਾਪਨਾ ਕੀਤੀ ਹੈ, ਉਹ ਚਾਹੇ ਨਸਲੀ ਹੈ, ਉਹ ਚਾਹੇ ਜਾਤੀ ਹੈ, ਹਰ ਤਰ੍ਹਾਂ ਦੇ ਵਿਤਕਰੇ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਸੇ ਦਾ ਨਤੀਜਾ ਸੀ ਕਿ ਪਰਸ਼ੀਆ ਦੇ ਵਿੱਚ ਜੋ ਮਨੁੱਖੀ ਅਧਿਕਾਰਾਂ ਦੀ ਬਾਤ ਪਾਈ ਗਈ, ਉਹ ਫਿਰ ਦੁਨੀਆ ਦੇ ਵੱਖੋ ਵੱਖਰੇ ਖੂੰਜਿਆਂ ਤੱਕ ਗੂੰਜੀ। ਉਹ ਭਾਰਤ ਪਹੁੰਚੀ, ਉਹ ਗ੍ਰੀਸ ਪਹੁੰਚੀ, ਉਹ ਰੋਮ ਦੇ ਵਿੱਚ ਪਹੁੰਚੀ, ਜਿਸ ਦਾ ਨਤੀਜਾ ਸੀ ਕਿ ਤੁਸੀਂ ਕੁਝ ਇਤਿਹਾਸਕ ਦਸਤਾਵੇਜ਼ ਦੇਖਦੇ ਹੋ। ਮੈਗਨਾ ਕਾਰਟਾ ਦਾ ਦਸਤਾਵੇਜ਼ ਤੁਸੀਂ ਆਪਦੀਆਂ ਪੜ੍ਹਾਈਆਂ ਦੇ ਵਿੱਚ ਵੀ ਪੜ੍ਹਿਆ ਹੋਣਾ ਹੈਗਾ। ਇਸ ਤੋਂ ਬਿਨਾਂ ਦਾ ਪੈਟੀਸ਼ਨ ਆਫ ਰਾਈਟ ਹੈ, ਦਾ US ਕੌਂਸਟੀਟਿਊਸ਼ਨ ਹੈ 1799 ਦੀ ਫਰਾਂਸ
ਦੀ ਕ੍ਰਾਂਤੀ ਤੋਂ ਬਾਅਦ ਦਾ ਫ੍ਰੈਂਚ ਡੈਕਲੇਰੇਸ਼ਨ ਆਫ ਦਾ ਰਾਈਟਸ ਆਫ ਮੈਨ ਐਂਡ ਦਾ ਸਿਟੀਜ਼ਨ ਹੈ, ਦਾ US ਬਿੱਲ ਆਫ ਰਾਈਟਸ ਹੈ। ਕੁਛ ਇਹ ਉਹ ਇਤਿਹਾਸਕ ਦਸਤਾਵੇਜ਼ ਨੇ ਜਿਹੜੇ ਇਸ ਮਗਰੋਂ ਲਿਖੇ ਗਏ। ਪਰ ਅਸੀਂ ਜਿਸ ਖਿੱਤੇ ਨਾਲ ਸੰਬੰਧ ਰੱਖਦੇ ਆ, ਅਸੀਂ ਜਿਸ ਖਿੱਤੇ 'ਚ ਜੰਮੇ ਆ, ਅਸੀਂ ਜਿਸ ਖਿੱਤੇ ਦੇ ਇਤਿਹਾਸ ਨੂੰ ਪੜ੍ਹ ਕੇ ਵੱਡੇ ਹੋਏ ਆ, ਉਸ ਖਿੱਤੇ ਦੀ ਇੱਕ ਆਪਣੀ ਵਿਸ਼ੇਸ਼ਤਾ ਹੈ। ਉੱਥੇ ਮਨੁੱਖੀ ਅਧਿਕਾਰਾਂ ਦੀ ਬਾਤ ਆਪਣੇ ਹੀ ਤਰੀਕੇ ਨਾਲ ਪਾਈ ਗਈ ਹੈ, ਜਿਸ ਦਾ ਮੁੱਢ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਖੁਦ ਬੰਨ੍ਹਦੇ ਨੇ। ਉਹ ਆਪਣੇ ਸਮੇਂ ਦੇ ਵਿੱਚ ਜੋ ਮੁਗਲ ਰਾਜ ਸਥਾਪਿਤ ਹੈ, ਬਾਬਰ ਨੂੰ ਜਾਬਰ ਕਹਿ ਕੇ, ਬਾਬਰ ਦੀ ਅੱਖਾਂ 'ਚ ਅੱਖਾਂ ਪਾ ਕੇ ਬਾਬਰ ਨੂੰ ਜਾਬਰ ਕਹਿੰਦੇ ਨੇ। ਰਾਜੇ ਸੀ ਮੁਕੱਦਮ ਕੁੱਤੇ, ਉਹਨਾਂ ਦੀ ਤੁਕ ਹੈ। ਸਭ ਜਾਣਦੇ ਨੇ ਕਿ ਜੋ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਨੇ ਆਪਣੇ ਉੱਥੋਂ ਦੇ ਵਾਸੀਆਂ ਨੂੰ ਹਮੇਸ਼ਾ ਆਪਣੇ ਸ਼ਿਕਾਰ ਬਣਾਇਆ ਹੈਗਾ। ਉਸ ਸਮੇਂ ਬਾਬਰ ਨੂੰ ਜਾਬਰ ਕਹਿਣਾ, ਬਾਬਰ ਨੂੰ ਵੰਗਾਰਨਾ, ਮੁਗਲ ਹਕੂਮਤ ਨੂੰ ਵੰਗਾਰਨਾ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਪੇਸ਼ ਕਰਨਾ ਸੀ। ਤੇ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ, ਗੁਰੂ ਸਾਹਿਬ ਨੇ ਜੋ ਇੱਕ ਪੂਰੇ ਦਾ ਪੂਰਾ ਢਾਂਚਾ ਜਾਤੀ ਪ੍ਰਥਾ ਦੇ ਉੱਤੇ ਟਿਕਿਆ ਹੋਇਆ ਢਾਂਚਾ ਸੀ, ਉਸ ਨੂੰ ਸੱਟ ਮਾਰਨ ਦੇ ਲਈ ਹਮਲਾ ਕੀਤਾ ਹੈ। ਏਕ ਓਂਕਾਰ ਦਾ ਇੱਕ ਪੂਰੇ ਦਾ ਪੂਰਾ ਕਨਸੈਪਟ ਇੱਥੋਂ ਲੈ ਕੇ ਆਏ ਨੇ ਕਿ ਸਭ ਦਾ ਜਨਮ ਇੱਕ ਥਾਂ ਤੋਂ ਹੁੰਦਾ ਹੈ, ਸਾਰੇ ਇੱਕ ਬਰਾਬਰ ਨੇ। ਤੇ ਇਹ ਬਰਾਬਰੀ ਦੀ ਬਾਤ ਸਿਰਫ ਗੁਰੂ ਨਾਨਕ ਪਾਤਸ਼ਾਹ ਤੱਕ ਸੀਮਤ ਨਹੀਂ ਹੈਗੀ। ਫਿਰ ਉਸ ਤੋਂ ਬਾਅਦ ਬਾਬਾ ਫਰੀਦ ਸੂਫੀ ਪਰੰਪਰਾ ਦੇ ਬਾਨੀ ਹੋਏ ਨੇ ਬਾਬਾ ਫਰੀਦ ਜੀ, ਉਹਨਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਹੈ। ਉਹਨਾਂ ਦੀ ਬਾਣੀ ਦੇ ਵਿੱਚ ਇੱਕ ਤੁਕ ਵੀ ਹੈ ਕਿ ਇੱਕ ਫੀਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ, ਕਿ ਕੋਈ ਵੀ ਕਿਸੇ ਦੂਸਰੇ ਮਨੁੱਖ ਨੂੰ ਕੋੜਾ ਨਾ ਬੋਲੇ, ਕਿਸੇ ਨਾਲ ਫਰੇਬ ਨਾ ਕਰੇ, ਕਿਸੇ ਨੂੰ ਧੋਖਾ ਨਾ ਦੇਵੇ, ਕਿਉਂਕਿ ਹਰ ਇੱਕ ਮਨੁੱਖ ਦੇ ਵਿੱਚ ਰੱਬ ਦਾ ਵਾਸ ਹੈ, ਉਸ ਸੱਚੇ ਪਾਤਸ਼ਾਹ ਦਾ ਵਾਸ ਹੈ। ਤਾਂ ਹਰ ਇੱਕ ਮਨੁੱਖ ਦੇ ਵਿੱਚ ਰੱਬ ਦਾ ਵਾਸ ਕਹਿ ਕੇ ਹੀ ਸਾਰਿਆਂ ਨੂੰ ਇੱਕ ਥਾਂ ਇੱਕ ਸਮਾਨ ਖੜਾ ਕਰ ਦੇਣਾ ਵੀ ਉਸ ਸਾਰੇ ਢਾਂਚੇ ਦੇ ਉੱਤੇ ਸੱਟ ਮਾਰਨਾ ਸੀ, ਜਿਹੜਾ ਲੋਕਾਂ ਨੂੰ ਵੰਡ ਕੇ ਰੱਖਦਾ ਸੀ, ਜਿਹੜਾ ਲੋਕਾਂ ਨੂੰ ਊਚ ਨੀਚ ਦੱਸਦਾ ਸੀਗਾ। ਇਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸਾਂਭਣ ਤੋਂ ਪਹਿਲਾਂ ਆਪਣੇ ਪਿਤਾ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵੱਲ ਤੋਰਿਆ। ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਜਦੋਂ ਪੂਰੇ ਮੁਲਕ ਦੇ ਵਿੱਚ, ਪੂਰੇ ਇਸ ਖਿੱਤੇ ਦੇ ਵਿੱਚ ਕੋਈ ਵੀ ਬੋੜ ਨਹੀਂ ਸੀ ਰਿਹਾ, ਤਾਂ ਗੁਰੂ ਸਾਹਿਬ ਨੇ 10ਵੇਂ ਪਿਤਾ ਨੇ ਆਪਦੇ ਪਿਤਾ ਜੀ ਨੂੰ ਕਿਹਾ ਸੀਗਾ ਕਿ ਤੁਹਾਡੇ ਤੋਂ ਵੱਡਾ ਹੀ ਦਾਨੀ ਕੌਣ ਹੋ ਸਕਦਾ ਜਿਹੜਾ ਇਹਨਾਂ ਦੀ ਬਾਹ ਫੜ ਸਕੇ। ਤਾਂ ਇੱਕ ਤਾਂ ਉਹ ਇੱਕ ਪੂਰੇ ਦਾ ਪੂਰਾ ਵਾਕ ਆਏਗਾ ਜਿਹਦੇ ਵਿੱਚ ਇਹ ਪਤਾ ਲੱਗਦਾ ਕਿ ਮਨੁੱਖੀ ਅਧਿਕਾਰਾਂ ਦੀ ਇਸ ਖਿੱਤੇ ਦੇ ਵਿੱਚ, ਇਸ ਵਿਚਾਰ ਦੇ ਵਿੱਚ ਕਿੰਨੀ ਵਕਾਲਤ ਕੀਤੀ ਗਈ ਹੈ। ਥਰੂ ਆਊਟ ਦਾ ਟਰਮ ਜਿੰਨਾ ਉਹਨਾਂ ਦਾ ਕਾਲ ਰਹੇਗਾ, ਉਹਦੇ ਵਿੱਚ ਉਹਨਾਂ ਨੇ 14 ਦੇ ਕਰੀਬ ਜੰਗਾਂ ਲੜੀਆਂ ਨੇ। ਉਹ ਚਾਹੇ ਕੁਛ ਮੁਗਲ ਹਾਕਮਾਂ ਦੇ ਉਲਟ ਨੇ, ਕੁਛ ਪਹਾੜੀ ਰਾਜਿਆਂ ਦੇ ਉਲਟ ਨੇ। ਜਿੱਥੇ ਜ਼ੁਲਮ ਅਤਿਆਚਾਰ ਹੁੰਦਾ ਉੱਥੇ ਉਹ ਜੰਗਾਂ ਵੀ ਲੜੀਆਂ ਗਈਆਂ ਨੇ। ਮਾਨਸ ਕੀ ਜਾਤ ਸਭੇ ਇੱਕ ਪਹਿਚਾਨਬੋ, ਜਿੰਨਾ ਊਚ ਨੀਚ ਦਾ ਢਾਂਚਾ ਸੀਗਾ ਉਹ ਸਿੱਖ ਇਤਿਹਾਸ ਦੇ ਵਿੱਚ ਸਮੇਂ-ਸਮੇਂ ਤੇ ਉਹਨੂੰ ਚੁਣੌਤੀ ਪੇਸ਼ ਕੀਤੀ ਗਈ ਹੈ। ਤੇ ਸਿਰਫ ਇੱਥੇ ਤੱਕ ਸੀਮਤ ਨਹੀਂ ਹੈਗਾ, ਜੇ ਆਪਾਂ ਇਸ ਤੋਂ ਅੱਗੇ ਦੇਖੀਏ ਤਾਂ ਇਹ ਪੂਰੀ ਦੀ ਪੂਰੀ ਵਿਰਾਸਤ ਸਾਡੇ ਆਧੁਨਿਕ ਇਸ ਮੌਜੂਦਾ ਸਮੇਂ ਤੱਕ ਤੁਰੀ ਆਉਂਦੀ ਹੈ। ਪਿਛਲੀ ਸਦੀ ਦੇ ਵਿੱਚ 2020 ਦੇ ਵਿੱਚ ਪੰਜਾਬ ਦੇ ਵਿੱਚ, ਇਸ ਖਿੱਤੇ ਦੇ ਵਿੱਚ ਕੁਝ ਇਹੋ ਜਿਹੇ ਲੋਕ ਹੋਏ ਨੇ ਜਿਨ੍ਹਾਂ ਨੇ ਆਲੇ ਦੁਆਲੇ ਦੀ ਬਾਤ ਪਾਈ ਹੈ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇਖਦਿਆਂ ਚੁੱਪੀ ਨਹੀਂ ਧਾਰੀ ਹੈਗੀ। ਉਹਦੇ ਵਿੱਚ ਸਭ ਤੋਂ ਵੱਡਾ ਨਾਮ ਜਿਹਨੂੰ ਆਪਾਂ ਸਾਰੇ ਹੀ ਯਾਦ ਕਰਦੇ ਹਾਂ, ਭਾਈ ਜਸਵੰਤ ਸਿੰਘ ਖਾਲੜਾ ਹੋਰੀ, ਜਿਨ੍ਹਾਂ ਨੂੰ 5 ਸਤੰਬਰ ਨੂੰ ਗ੍ਰਿਫਤਾਰ ਕਰਕੇ, ਅਗਵਾ ਕਰਕੇ ਕਿਸੇ ਦਿਨ 1.5 ਮਹੀਨੇ ਬਾਅਦ ਹਰੀਕੇ ਪੱਤਣ ਦੀ ਨਹਿਰ 'ਚ ਸੁੱਟ ਦਿੱਤਾ ਗਿਆ ਸੀ। ਤਾਂ ਪੰਜਾਬ ਦੀਆਂ ਉਹ 25,000 ਲਾਸ਼ਾਂ ਜਿਹੜੀਆਂ ਕਿਸੇ ਰਿਕਾਰਡ ਦੇ ਵਿੱਚ ਨਹੀਂ ਸੀ, ਜਿਹੜੀਆਂ ਕਿਸੇ ਥਾਣੇ ਦੀ FIR ਦੇ ਵਿੱਚ ਦਰਜ ਨਹੀਂ ਸੀ, ਪਰ ਉਹ ਲਾਸ਼ਾਂ ਬਣ ਚੁੱਕੀਆਂ ਸੀ। ਤਾਂ ਉਹਨਾਂ 25,000 ਲਾਸ਼ਾਂ ਦਾ ਵਾਰਸ ਇੱਕ ਕੱਲਾ ਮਨੁੱਖੀ ਅਧਿਕਾਰਾਂ ਦਾ ਇਹ ਵਾਰਸ ਬਣਿਆ ਸੀਗਾ, ਜਿਹੜਾ ਆਪ ਖੁਦ ਇੱਕ ਸਮੇਂ ਤੋਂ ਬਾਅਦ ਆਪਣੇ ਇਹਨਾਂ ਹੰਭਲਿਆਂ ਕਾਰਨ 25,001ਵੀਂ ਲਾਸ਼ ਬਣ ਕੇ ਰਹਿ ਗਿਆ ਸੀਗਾ। ਤਾਂ ਇਹ ਇੱਕ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਮੂਰਤ ਹੈ। ਤੇ ਸਿਰਫ ਇੱਥੇ ਤੱਕ ਨਹੀਂ, ਭਾਈ ਖਾਲੜਾ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ। ਭਾਈ ਖਾਲੜਾ ਜੀ ਦਾ ਇੱਕ ਵਿਚਾਰ ਵੀ ਸੀ ਜੋ ਆਪਣੇ ਹੁੰਦੇ ਅਕਸਰ ਕਿਹਾ ਕਰਦੇ ਸੀ ਕਿ ਖਾਲਸੇ ਦੀ ਸਾਜਨਾ ਦੁਨੀਆ ਦੇ ਸਭ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਹੋਈ ਹੈ। ਜੇ ਤੁਸੀਂ ਆਪਣੇ ਮਨੁੱਖੀ ਅਧਿਕਾਰ ਨਹੀਂ ਬਚਾ ਸਕਦੇ ਤਾਂ ਤੁਸੀਂ ਦੁਨੀਆ ਨੂੰ ਇਹੀ ਨਹੀਂ ਦੱਸ ਸਕਦੇ ਕਿ ਖਾਲਸੇ ਦਾ ਮਤਲਬ ਕੀ ਹੈ। ਤਾਂ ਬੇਸਿਕਲੀ ਮਨੁੱਖੀ ਅਧਿਕਾਰਾਂ ਦੀ ਵਕਾਲਤ ਸਾਰੇ ਦੇ ਸਾਰੇ ਇਸ ਕਨਸੈਪਟ ਦਾ ਧੁਰਾ ਰਹੀ ਆ। ਭਾਈ ਸਾਹਿਬ ਨੂੰ ਆਪਾਂ ਸਾਰੇ ਜਾਣਦੇ ਹਾਂ, ਪਰ ਇਹਨਾਂ ਦੇ ਸਮਿਆਂ ਦੇ ਵਿੱਚ ਹੀ, ਇਹਨਾਂ ਤੋਂ ਅਗਲੇ ਸਮੇਂ ਤੱਕ ਵੀ, ਕੁਛ 1-2 ਸਾਲ ਪਹਿਲਾਂ ਤੱਕ ਜਸਟਿਸ ਅਜੀਤ ਸਿੰਘ ਬੈਂਸ ਰਹੇ ਨੇ। ਮਨੁੱਖੀ ਹੱਕਾਂ ਦੇ ਇਹਨਾਂ ਨੂੰ ਵੀ ਮਸੀਹਾ ਮੰਨਿਆ ਗਿਆ, ਜਿਨ੍ਹਾਂ ਨੇ ਮਨੁੱਖੀ ਹੱਕਾਂ ਦੀ ਬਾਤ ਪਾਉਣ ਦੇ ਲਈ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣਾਈ ਸੀ। ਕੁਛ ਸਮਾਂ ਪਹਿਲਾਂ, 1-2 ਸਾਲ ਪਹਿਲਾਂ ਹੀ ਇਹ ਪੂਰੇ ਹੋਏ ਨੇ। ਤਾਂ
ਪੰਜਾਬ ਦੇ ਉਸ ਪੂਰੇ ਦੌਰ ਦੇ ਵਿੱਚ ਜਦੋਂ ਘਰ ਘਰ ਮੁੰਡਿਆਂ ਨੂੰ ਚੱਕਿਆ ਜਾਂਦਾ ਸੀਗਾ, ਜਦੋਂ ਝੂਠੇ ਪਰਚੇ ਪਾਏ ਜਾਂਦੇ ਸੀਗੇ, ਗ੍ਰਿਫਤਾਰੀਆਂ ਹੁੰਦੀਆਂ ਸੀ, ਡਿਸਅਪੀਅਰੈਂਸਿਸ ਹੁੰਦੀਆਂ ਸੀ, ਉਦੋਂ ਇਸ ਬੁੱਢੇ ਸ਼ੇਰ ਨੇ ਆਪ ਮੂਹਰੇ ਹੋ ਕੇ, ਪੰਜਾਬ ਐਂਡ ਹਾਈ ਕੋਰਟ ਦਾ ਜਸਟਿਸ ਰਹੇ ਅਜੀਤ ਸਿੰਘ ਬੈਂਸ, ਇਹਨਾਂ ਨੇ ਆਪ ਮੂਹਰੇ ਹੋ ਕੇ ਘਰ ਘਰ ਜਾ ਕੇ ਉਹ ਲੋਕਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਮੁੰਡਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਮੁੰਡਿਆਂ ਤੇ ਪਏ ਝੂਠੇ ਪਰਚਿਆਂ ਨੂੰ ਮੁਫਤ ਦੇ ਵਿੱਚ ਲੜਿਆ ਹੈਗਾ। ਤਾਂ ਇਸ ਪੂਰੇ ਸਮਾਜ ਦੇ ਮਨੁੱਖੀ ਅਧਿਕਾਰਾਂ ਦੇ ਮਸੀਹੇ ਬਣੇ ਨੇ ਤਾਂ ਇਹ ਅਜੀਤ ਸਿੰਘ ਬੈਂਸ ਨੇ। ਤਾਂ ਜਿਸ ਖਿੱਤੇ ਨੂੰ ਅਸੀਂ ਬਿਲੋਂਗ ਕਰਦੇ ਹਾਂ, ਜਿਸ ਖਿੱਤੇ 'ਚ ਅਸੀਂ ਜੰਮੇ ਆ, ਜਿਸ ਖਿੱਤੇ 'ਚ ਅਸੀਂ ਆਪਦੇ ਸਵਾਸ ਤਿਆਗਣੇ ਨੇ, ਜਿਸ ਖਿੱਤੇ 'ਚ ਅਸੀਂ ਸਾਰੀ ਉਮਰ ਭੋਗਣੀ ਹੈ, ਉਸ ਖਿੱਤੇ ਨੂੰ ਇਹ ਪਛਾਣ ਦੇਣ ਦੇ ਲਈ ਕੁਝ ਇਹਨਾਂ ਮੂਰਤਾਂ ਦਾ ਹਮੇਸ਼ਾ ਹੀ ਰੋਲ ਰਿਹਾ। ਤਾਂ ਅੱਜ ਦੇ ਦਿਨ ਮਨੁੱਖੀ ਅਧਿਕਾਰ ਦਿਵਸ ਦੇ ਦਿਨ ਅਸੀਂ ਇਹਨਾਂ ਨੂੰ ਵੀ ਪ੍ਰਣਾਮ ਕਰਦੇ ਹਾਂ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਖੂੰਜੇ ਦੇ ਵਿੱਚ, ਤਾਂ ਹੁਣ ਮੈਂ ਇਹ ਗੱਲ ਸਿਰਫ ਆਪਣੇ ਖਿੱਤੇ ਤੱਕ ਸੀਮਿਤ ਨਹੀਂ ਕਰੂੰਗਾ, ਦੁਨੀਆ ਦੇ ਕਿਸੇ ਵੀ ਖੂੰਜੇ ਦੇ ਵਿੱਚ, ਉਹ ਚਾਹੇ ਕਿਸੇ ਨਿੱਜੀ ਬੰਦੇ ਦੇ ਉੱਤੇ, ਉਹ ਚਾਹੇ ਕਿਸੇ ਔਰਤ ਜਾਂ ਟਰਾਂਸਜੈਂਡਰ ਦੇ ਉੱਤੇ, ਚਾਹੇ ਕਿਸੇ ਕੌਮ ਦੇ ਉੱਤੇ, ਚਾਹੇ ਕਿਸੇ ਕਬੀਲੇ ਦੇ ਉੱਤੇ ਕੋਈ ਵੀ ਜ਼ੁਲਮ ਹੋ ਰਿਹਾ ਹੈ, ਉਹ ਜ਼ੁਲਮ ਛੇਤੀ ਤੋਂ ਛੇਤੀ ਖਤਮ ਹੋਵੇ। ਇਸੇ ਆਸ ਦੇ ਨਾਲ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ, ਹੋਰ ਲੋਕਾਂ ਨੂੰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ, ਸਭ ਨੂੰ ਮਨੁੱਖੀ ਅਧਿਕਾਰ ਦਿਵਸ ਦੀ ਵਧਾਈ ਦਿੰਦਾ। ਧੰਨਵਾਦ।